ਨੈਕਸਟ ਜਿਹੜਾ ਕੰਸੈਪਟ ਅੱਜ ਅਸੀਂ ਡਿਸਕਸ ਕਰਾਂਗੇ ਸੰਸਕ੍ਰਿਤਾਈਜੇਸ਼ਨ ਸੋਸ਼ਲ ਪ੍ਰੋਸੈਸਸ ਦੇ ਅੰਡਰ ਆਉਂਦਾ ਹੈ। ਜਿਹੜਾ ਨੈਕਸਟ ਕੰਸੈਪਟ ਹੈਗਾ ਸੰਸਕ੍ਰਿਤਾਈਜੇਸ਼ਨ ਦਾ ਕੰਸੈਪਟ ਵੀ ਐਮ ਐਨ ਸ੍ਰੀਨਿਵਾਸ ਨੇ ਦਿੱਤਾ ਹੈ। ਐਮ ਐਨ ਸ੍ਰੀਨਿਵਾਸ ਨੇ ਮੈਸੂਰ ਦੇ ਵਿੱਚ ਕੋਰਗਸ ਦੀ ਸਟੱਡੀ ਕੀਤੀ ਸੀਗੀ, ਰਿਸਰਚ ਕੀਤੀ ਸੀ ਉੱਥੇ। ਉੱਥੋਂ ਉਸਦੇ ਜੋ ਦੇਖਿਆ ਸੀ ਉਸ ਦੇ ਅਕੋਰਡਿੰਗਲੀ ਉਸਨੇ ਜਿਹੜਾ ਸੰਸਕ੍ਰਿਤਾਈਜੇਸ਼ਨ ਦਾ ਕੰਸੈਪਟ ਇੰਡੀਅਨ ਸੋਸਾਇਟੀ ਦੇ ਵਿੱਚ ਦਿੱਤਾ ਹੈ। ਤੇ ਇਹ ਸੋਸ਼ਲ ਪ੍ਰੋਸੈਸ ਦਾ ਇੱਕ ਕੰਸੈਪਟ ਹੈਗਾ ਜਿਸ ਦੇ ਨਾਲ ਸੋਸਾਇਟੀ ਦੇ ਵਿੱਚ ਸੋਸ਼ਲ ਚੇਂਜ ਆਈ ਹੈ, ਰਾਈਟ। ਐਮ.ਐਨ. ਸ੍ਰੀਨਿਵਾਸ ਜਿਹੜੇ ਹੈਗੇ ਨੇ ਇੰਡੀਅਨ ਸੋਸ਼ੋਲੋਜਿਸਟ ਹੋਏ ਨੇ। ਐਮ.ਐਨ. ਸ੍ਰੀਨਿਵਾਸ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਲੋਅਰ ਕਾਸਟ ਦੇ ਜਿਹੜੇ ਲੋਕ ਹੈਗੇ ਨੇ ਉਹ ਆਪਣਾ ਸਟੇਟਸ ਇੰਪਰੂਵ ਕਰ ਸਕਦੇ ਨੇ, ਆਪਣੀ ਪੋਜੀਸ਼ਨ ਚੇਂਜ ਕਰ ਸਕਦੇ ਨੇ ਸੋਸਾਇਟੀ ਦੇ ਵਿੱਚ। ਜਿਹੜੀ ਕਾਸਟ ਸਿਸਟਮ ਦੀ ਇੱਕ ਹੈਰਾਰਕੀ ਬਣੀ ਹੋਈ ਹੈ ਉਸ ਦੇ ਵਿੱਚ ਉਹ ਆਪਣੀ ਹੈਰਾਰਕੀ ਦੇ ਵਿੱਚ ਆਪਣੀ ਪੋਜੀਸ਼ਨ ਨੂੰ ਚੇਂਜ ਕਰ ਸਕਦੇ ਨੇ, ਆਪਣੇ ਸਟੇਟਸ ਨੂੰ ਚੇਂਜ ਕਰ ਸਕਦੇ ਨੇ। ਇਸ ਜੋ ਇਹ ਪ੍ਰੋਸੈਸ ਹੈਗਾ ਆਪਣੇ ਸਟੇਟਸ ਤੇ ਪੋਜੀਸ਼ਨ ਨੂੰ ਚੇਂਜ ਕਰਨ ਦਾ, ਉਸ ਨੂੰ ਕਿਹਾ ਜਾਂਦਾ ਹੈ ਸੰਸਕ੍ਰਿਤਾਈਜੇਸ਼ਨ, ਰਾਈਟ। ਸੰਸਕ੍ਰਿਤਾਈਜੇਸ਼ਨ ਦਾ ਕੰਸੈਪਟ ਜਿਹੜਾ ਐਮ.ਐਨ. ਸ੍ਰੀਨਿਵਾਸ ਨੇ 1971 ਦੇ ਵਿੱਚ ਉਹਨਾਂ ਨੇ ਦੀ ਇੱਕ ਬੁੱਕ ਜਿਹੜੀ ਪਬਲਿਸ਼ ਹੋਈ ਸੀਗੀ, ਰਿਲੀਜਨ ਐਂਡ ਸੋਸਾਇਟੀ ਅਮੰਗ ਦਾ ਕੋਰਗਸ। ਕੋਰਗਸ ਦੀ ਇੱਕ ਸੋਸਾਇਟੀ ਹੈਗੀ ਹੈ, ਉਹਨਾਂ ਦੇ ਰਿਲੀਜਨ ਤੇ ਉਹਨਾਂ ਦੀ ਸੋਸ਼ਲ ਲਾਈਫ ਨੂੰ ਸਟੱਡੀ ਕਰਕੇ ਐਮ.ਐਨ. ਸ੍ਰੀਨਿਵਾਸ ਨੇ ਦੱਸਿਆ ਸੀ ਕਿ ਕਿਸ ਤਰੀਕੇ ਨਾਲ ਸੋਸ਼ਲ ਮੋਬਿਲਿਟੀ ਪੋਸੀਬਲ ਹੈਗੀ ਹੈ ਕਾਸਟ ਸਿਸਟਮ ਦੀ ਇੱਕ ਹੈਰਾਰਕੀ ਦੇ ਵਿੱਚ। ਕਿਵੇਂ ਇੱਕ ਜਿਹੜੇ ਸਟੇਟਸ ਲੋ ਸਟੇਟਸ ਤੋਂ ਅਪਰ ਸਟੇਟਸ ਦੇ ਵਿੱਚ ਕਿਸੇ ਵੀ ਕਾਸਟ ਦੇ ਜਿਹੜੇ ਲੋਕ ਹੈਗੇ ਨੇ ਉਹ ਜਾ ਸਕਦੇ ਨੇ, ਠੀਕ ਹੈ ਜੀ। ਇੱਥੇ ਮੇਨ ਜਿਹੜਾ ਹੈਗਾ ਸੰਸਕ੍ਰਿਤਾਈਜੇਸ਼ਨ ਦਾ ਜਿਹੜਾ ਪੁਆਇੰਟ ਨੋਟ ਕਰਨ ਵਾਲੀ ਹੈਗਾ ਉਹ ਇਹ ਹੈ ਕਿ ਕਾਸਟ ਨਹੀਂ ਚੇਂਜ ਹੋਏਗੀ, ਕਾਸਟ ਐਜ਼ ਇਟ ਇਜ਼ ਰਹੇਗੀ। ਕਿਸੇ ਵੀ ਕਾਸਟ ਦੇ ਜਿਹੜੇ ਲੋਕ ਹੈਗੇ ਨੇ ਉਹ ਆਪਣੀ ਸੋਸਾਇਟੀ ਦੇ ਵਿੱਚ ਪੋਜੀਸ਼ਨ ਜਿਹੜੀ ਹੈਗੀ ਹੈ ਹਾਈ ਕਰ ਸਕਦੇ ਨੇ, ਠੀਕ ਹੈ। ਕਾਸਟ ਨਹੀਂ ਬਦਲੇਗੀ, ਕਾਸਟ ਉਹੀ ਰਹੇਗੀ ਜਿਹੜੀ ਕਾਸਟ ਦੇ ਉਹ ਮੈਂਬਰ ਹੈਗੇ ਨੇ, ਬਾਈ ਬਰਥ ਜਿਹੜੀ ਕਾਸਟ ਦਾ ਉਹਨਾਂ ਨੂੰ ਮੈਂਬਰਸ਼ਿਪ ਮਿਲੀ ਹੋਈ ਹੈ। ਬਟ ਇੱਥੇ ਕੀ ਹੋਇਆ ਕਿ ਉਹ ਆਪਣੀ ਲਾਈਫ ਸਟਾਈਲ ਨੂੰ ਚੇਂਜ ਕਰ ਲੈਣਗੇ। ਕਿਸੇ ਵੀ ਹਾਇਰ ਕਾਸਟ ਜੋ ਉਹਨਾਂ ਦੀ ਰੈਫਰੈਂਸ ਕਾਸਟ ਹੋਏਗੀ, ਆਈਡਲ ਕਾਸਟ ਹੋਏਗੀ, ਉਸ ਦੇ ਲਾਈਫ ਸਟਾਈਲ ਨੂੰ ਅਡੋਪਟ ਕਰਕੇ ਉਹ ਆਪਣੀ ਸੋਸਾਇਟੀ ਦੇ ਵਿੱਚ ਪੋਜੀਸ਼ਨ ਚੇਂਜ ਕਰ ਲੈਣਗੇ। 1-2 ਜਨਰੇਸ਼ਨ ਤੱਕ ਹੌਲੀ ਹੌਲੀ ਇਸ ਤਰ੍ਹਾਂ ਦੇ ਉਹ ਆਪਣੀਆਂ ਚੇਂਜਿਸ ਲੈ ਕੇ ਆਉਣਗੇ ਤੇ ਬਾਅਦ ਦੇ ਵਿੱਚ ਉਹ ਆਪਣੇ ਆਪ ਨੂੰ ਜਿਹੜਾ ਹੈਗਾ ਬਾਕੀ ਕਾਸਟ ਦੇ ਜਿਹੜੇ ਬਾਕੀ ਲੋਕ ਹੈਗੇ ਨੇ ਉਹਨਾਂ ਦੇ ਕੰਪੈਰੀਟਿਵਲੀ ਥੋੜਾ ਅਪਰ ਕਹਿਣਾ ਸ਼ੁਰੂ ਕਰ ਦੇਣਗੇ, ਰਾਈਟ। ਐਮ.ਐਨ. ਸ੍ਰੀਨਿਵਾਸ ਨੇ ਕਰਨਾਟਕਾ ਦੇ ਜਿਹੜਾ ਕੋਰਗਸ ਸੋਸਾਇਟੀ ਸੀ ਉਹਨਾਂ ਦੀ ਸਟੱਡੀ ਕਰਨ ਤੋਂ ਬਾਅਦ ਇਹ ਕੰਸੈਪਟ ਦਿੱਤਾ ਸੀ ਕਿ ਕਿਸ ਤਰੀਕੇ ਨਾਲ ਇੱਕ ਕਾਸਟ ਹੈਰਾਰਕੀ ਦੇ ਵਿੱਚ ਕੋਈ ਵੀ ਕਾਸਟ ਦੇ ਵਿਅਕਤੀ ਆਪਣੀ ਪੋਜੀਸ਼ਨ ਚੇਂਜ ਕਰ ਸਕਦੇ ਨੇ, ਨਾ ਕਿ ਕਾਸਟ। ਪਹਿਲਾਂ ਜਿਹੜਾ ਹੈਗਾ ਸੰਸਕ੍ਰਿਤਾਈਜੇਸ਼ਨ ਨੂੰ ਐਮ.ਐਨ. ਸ੍ਰੀਨਿਵਾਸ ਨੇ ਬ੍ਰਾਹਮਣਾਈਜੇਸ਼ਨ ਕਿਹਾ, ਠੀਕ ਹੈ। ਫਿਰ ਉਸਨੂੰ ਲੱਗਿਆ ਕਿ ਬ੍ਰਾਹਮਣਾਈਜੇਸ਼ਨ ਜਿਹੜਾ ਹੈਗਾ ਇਹ ਸੁਟੇਬਲ ਨਹੀਂ ਰਹੇਗਾ ਇਸ ਦੇ ਲਈ, ਸੋਸ਼ਲ ਮੋਬਿਲਿਟੀ ਦੇ ਲਈ, ਸੋਸ਼ਲ ਪ੍ਰੋਸੈਸ ਦਾ ਜਿਹੜਾ ਕੰਸੈਪਟ ਹੈਗਾ ਉਸ ਦੇ ਲਈ। ਤਾਂ ਫਿਰ ਇੱਕ ਯੂਨੀਵਰਸਲ ਵਰਡ ਲਿਆ ਐਮ.ਐਨ. ਸ੍ਰੀਨਿਵਾਸ ਨੇ, ਉਹਦੇ ਵਿੱਚ ਉਹਨੇ ਕਿਹਾ ਸੰਸਕ੍ਰਿਤਾਈਜੇਸ਼ਨ। ਕੋਈ ਵੀ ਵਿਅਕਤੀ ਆਪਣੀ ਸੰਸਕ੍ਰਿਤਾਈਜੇਸ਼ਨ ਮਤਲਬ ਸੰਸਕ੍ਰਿਤੀ ਦੇ ਵਿੱਚ, ਆਪਣੇ ਕਲਚਰ ਦੇ ਵਿੱਚ, ਆਪਣੀਆਂ ਰੂਟੀਨ ਦੀਆਂ ਹੈਬਿਟਸ ਦੇ ਵਿੱਚ, ਆਪਣੇ ਲਾਈਫ ਸਟਾਈਲ ਦੇ ਵਿੱਚ, ਡਰੈਸਿੰਗ ਸੈਂਸ ਦੇ ਵਿੱਚ ਜੋ ਚੇਂਜ ਕਰਦਾ ਹੈ ਉਸ ਚੇਂਜ ਕਰਨ ਦੀ ਪ੍ਰੋਸੈਸ ਨੂੰ ਸੰਸਕ੍ਰਿਤਾਈਜੇਸ਼ਨ ਦਾ ਪ੍ਰੋਸੈਸ ਕਿਹਾ ਜਾਂਦਾ, ਰਾਈਟ। ਇੱਥੇ ਜਿਹੜਾ ਹੈਗਾ ਐਮ.ਐਨ. ਸ੍ਰੀਨਿਵਾਸ ਇਹ ਵੀ ਕਹਿੰਦਾ ਹੈ ਕਿ ਜਿਹੜਾ ਸੰਸਕ੍ਰਿਤਾਈਜੇਸ਼ਨ ਦਾ ਕੰਸੈਪਟ ਹੈਗਾ ਇਸ ਦੇ ਨਾਲ ਜਿਹੜੀ ਟ੍ਰੈਡੀਸ਼ਨਲ ਟਾਈਮ ਤੇ ਇੰਡੀਅਨ ਸੋਸਾਇਟੀ ਨੂੰ ਡਿਫਰੈਂਟ 4 ਕਾਸਟ ਦੇ ਵਿੱਚ ਡਿਵਾਈਡ ਕੀਤਾ ਗਿਆ ਸੀਗਾ। ਜਿਹੜੀਆਂ 4 ਕਾਸਟ ਸੀਗੀਆਂ ਬ੍ਰਾਹਮਣ, ਕਸ਼ਤਰੀ, ਵੈਸ਼ ਤੇ ਸ਼ੂਦਰ, ਇਹ ਇੱਕ ਹਾਇਰਾਰਕੀ ਸੀ, ਰਾਈਟ। ਇਸ ਹਾਇਰਾਰਕੀ ਦੇ ਵਿੱਚ ਹੀ ਜਿਹੜਾ ਹਰ ਕਿਸੇ ਦਾ ਆਪਣਾ ਸਟੇਟਸ ਹੁੰਦਾ ਸੀ, ਉਹਨੂੰ ਬਾਈ ਬਰਥ ਮਿਲਿਆ ਹੁੰਦਾ ਸੀਗਾ।
ਤਾਂ ਇੱਥੇ ਜਿਹੜਾ ਹੈਗਾ ਕਿਸੇ ਵੀ ਕਾਸਟ ਦੇ ਲੋਕ ਜਿਹੜੇ ਹੈਗੇ ਨੇ ਕਿਸੇ ਵੀ ਡੋਮੀਨੇਟ ਕਾਸਟ ਦੇ ਲਾਈਫਸਟਾਈਲ ਨੂੰ ਅਡਾਪਟ ਕਰਕੇ ਜਾਂ ਕਿਸੇ ਵੀ ਜਿਹੜੇ ਹਾਇਰ ਕਾਸਟ ਹੈਗੀ ਆ ਉਸ ਦੇ ਲਾਈਫਸਟਾਈਲ ਨੂੰ ਅਡਾਪਟ ਕਰਕੇ ਆਪਣੀ ਜਿਹੜੀ ਹੈਰਾਰਕੀ ਦੇ ਵਿੱਚ ਆਪਣੀ ਪੋਜੀਸ਼ਨ ਹੈਗੀ ਆ ਉਸ ਨੂੰ ਚੇਂਜ ਕਰ ਸਕਦੇ ਨੇ, ਆਪਣੇ ਸਟੇਟਸ ਨੂੰ ਅਪ ਕਰ ਸਕਦੇ ਨੇ, ਬਟ ਕਾਸਟ ਨਹੀਂ ਚੇਂਜ ਕਰਨਗੇ। ਕਾਸਟ ਦਾ ਸਟਰਕਚਰ ਐਜ਼ ਇਟ ਇਜ਼ ਰਹੇਗਾ, ਰਾਈਟ। ਇੱਥੇ ਜਿਹੜਾ ਹੈਗਾ ਐਮਐਨ ਸ੍ਰੀਨਿਵਾਸ ਕਹਿੰਦੇ ਆ ਕਿ ਸ਼ੁਰੂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਸੰਸਕ੍ਰਿਤਾਈਜੇਸ਼ਨ ਦਾ ਕੰਸੈਪਟ ਆਇਆ ਇੰਡੀਅਨ ਸੋਸਾਇਟੀ ਦੇ ਵਿੱਚ, ਤਾਂ ਕੁਝ ਜਿਹੜੇ ਟ੍ਰਾਈਬਲ ਲੋਕ ਸੀਗੇ ਜਾਂ ਲੋਅਰ ਕਾਸਟ ਦੇ ਲੋਕ ਸੀਗੇ, ਉਹਨਾਂ ਨੇ ਹਿੰਦੂ ਕਾਸਟ ਦੇ ਜਿਹੜੇ ਲਾਈਫ ਸਟਾਈਲ ਸੀਗਾ ਉਸ ਨੂੰ ਅਡਾਪਟ ਕੀਤਾ ਹੈ, ਠੀਕ ਹੈ। ਉਸ ਨੂੰ ਅਡਾਪਟ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਲਾਈਫ ਸਟਾਈਲ, ਆਪਣਾ ਜਿਹੜਾ ਡਰੈਸਿੰਗ ਸੈਂਸ ਸੀ, ਆਪਣੀ ਡਾਈਟ ਸੀ, ਉਹ ਉਸ ਤਰ੍ਹਾਂ ਦੀ ਕਰ ਲਈ ਜਿਵੇਂ ਹਿੰਦੂ ਜਿਹੜੇ ਲੋਕ ਸੀਗੇ ਉਹਨਾਂ ਦਾ ਲਾਈਫ ਸਟਾਈਲ ਸੀਗਾ। ਇਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਫਿਰ ਉਹ ਇਹ ਕਹਿਣ ਲੱਗੇ ਕਿ ਉਹ ਜਿਹੜੇ ਬਾਕੀ ਉਹਨਾਂ ਦੇ ਕਾਸਟ ਦੇ ਲੋਕ ਹੈਗੇ ਨੇ ਉਹਨਾਂ ਨਾਲੋਂ ਪਿਓਰ ਹੈਗੇ ਨੇ, ਉਹਨਾਂ ਨਾਲੋਂ ਉਹਨਾਂ ਦਾ ਪੋਜੀਸ਼ਨ ਜਿਹੜੀ ਹੈਗੀ ਆ ਅਪ ਹੈਗੀ ਆ, ਕਿਉਂਕਿ ਉਹਨਾਂ ਨੇ ਆਪਣੀਆਂ ਹੈਬਿਟਸ ਨੂੰ ਇੱਕ ਹਾਈ ਕਲਾਸ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਦੀ ਤਰ੍ਹਾਂ ਦੀਆਂ ਜਿਹੜਾ ਬਣਾ ਲਿਆ ਹੈਗਾ। ਹੁਣ ਇੱਥੇ ਐਮਐਨ ਸ੍ਰੀਨਿਵਾਸ ਇਹ ਵੀ ਕਹਿੰਦਾ ਹੈ ਕਿ ਜਦੋਂ ਅਸੀਂ ਸੰਸਕ੍ਰਿਤਾਈਜੇਸ਼ਨ ਦਾ ਕੰਸੈਪਟ ਦੀ ਗੱਲ ਕਰਦੇ ਹਾਂ, ਸੰਸਕ੍ਰਿਤਾਈਜੇਸ਼ਨ ਦੇ ਕੰਸੈਪਟ ਦੇ ਵਿੱਚ ਮੇਨ ਇਹ ਕਿਹਾ ਜਾਂਦਾ ਹੈ ਕਿ ਇੱਕ ਜਿਹੜੀ ਲੋਅਰ ਕਾਸਟ ਦੇ ਲੋਕ ਹੈਗੇ ਨੇ ਜਿਹਦੇ ਵਿੱਚੋਂ ਉਹ ਕਿਸੇ ਅਪਰ ਕਾਸਟ ਦੇ ਹਾਈ ਕਾਸਟ ਦੀ ਰੈਂਕ ਜਿਹੜੇ ਹਾਈ ਰੈਂਕ ਦੀ ਕਾਸਟ ਹੈਗੀ ਆ ਉਹਨਾਂ ਦੇ ਲਾਈਫ ਸਟਾਈਲ ਨੂੰ ਅਡਾਪਟ ਕਰਦੇ ਨੇ। ਪਰ ਨਾਲ ਹੀ ਉੱਥੇ ਐਮਐਨ ਸ੍ਰੀਨਿਵਾਸ ਇਹ ਵੀ ਕਹਿੰਦਾ ਕਿ ਜ਼ਰੂਰੀ ਨਹੀਂ ਕਿ ਹਾਈ ਕਾਸਟ ਜਿਵੇਂ ਕਿ ਬ੍ਰਾਹਮਣ ਸਭ ਤੋਂ ਹਾਈ ਰੈਂਕ ਤੇ ਸੀਗੇ ਇੰਡੀਅਨ ਸੋਸਾਇਟੀ ਦੇ, ਜਿਹੜੇ ਇੱਕ ਹੈਰਾਰਕੀ ਹੈਗੀ, ਇੱਕ ਸਟਰਕਚਰ ਹੈਗਾ ਉਸਦੇ ਵਿੱਚ, ਤਾਂ ਲੋਕ ਜਿਹੜੇ ਨੇ ਉਹ ਲੋਅਰ ਕਾਸਟ ਦੇ ਲੋਕ ਹੈਗੇ ਨੇ ਜਿਹੜੇ ਉਹ ਸਿਰਫ ਬ੍ਰਾਹਮਣ ਕਾਸਟ ਦੇ ਲੋਕਾਂ ਦੇ ਲਾਈਫ ਸਟਾਈਲ ਨੂੰ ਹੀ ਅਡਾਪਟ ਕਰਨਗੇ। ਇਹ ਜ਼ਰੂਰੀ ਨਹੀਂ ਹੈਗਾ, ਇਹ ਡਿਪੈਂਡ ਕਰਦਾ ਰੀਜ਼ਨ ਟੂ ਰੀਜ਼ਨ ਕਿ ਜਿੱਥੇ ਕਿਤੇ ਕਿਹੜੀ ਅਲੱਗ-ਅਲੱਗ ਕਾਸਟ ਦੇ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਣੀ ਰੈਫਰੈਂਸ ਕਾਸਟ ਜਿਹੜਾ ਹੈਗਾ ਮੰਨਿਆ ਜਾਂਦਾ, ਆਪਣੀ ਆਈਡਲ ਜਿਹੜੀ ਕਾਸਟ ਦੇ ਲੋਕਾਂ ਦੇ ਲਾਈਫ ਸਟਾਈਲ ਨੂੰ ਜਿਹੜਾ ਮੰਨਿਆ ਜਾਂਦਾ ਉਸ ਦੇ ਅਕੋਰਡਿੰਗਲੀ ਉਹ ਆਪਣੀ ਲਾਈਫ ਸਟਾਈਲ ਨੂੰ ਚੇਂਜ ਕਰਦੇ ਨੇ। ਕਿਸੇ ਥਾਂ ਤੇ ਬ੍ਰਾਹਮਣ ਕਾਸਟ ਦੇ ਲੋਕਾਂ ਨੂੰ ਆਈਡਲ ਮੰਨਿਆ ਜਾਂਦਾ, ਕਿਸੇ ਥਾਂ ਤੇ ਜਿਹੜੇ ਕਸ਼ਤਰੀ ਹੈਗੇ ਨੇ ਉਹਨਾਂ ਨੂੰ ਆਈਡਲ ਮੰਨਿਆ ਜਾਂਦਾ ਸੀਗਾ। ਹੁਣ ਜਦੋਂ ਕਿਸੇ ਕਾਸਟ ਦੇ ਲੋਕਾਂ ਨੂੰ ਆਈਡਲ ਮੰਨਿਆ ਜਾਂਦਾ ਹੈ ਤਾਂ ਉਹਨਾਂ ਦੀਆਂ ਕੁਝ ਫੀਚਰਸ ਜਿਹੜੀਆਂ ਦੇਖੀਆਂ ਜਾਂਦੀਆਂ ਨੇ ਕਿ ਕਿਹੜੀ ਕਾਸਟ ਨੂੰ ਜਿਹੜਾ ਹੈਗਾ ਕੋਈ ਵੀ ਜਿਹੜੇ ਲੋਅਰ ਕਾਸਟ ਦੇ ਲੋਕ ਹੈਗੇ ਨੇ ਉਹ ਆਪਣੀ ਉਹਨਾਂ ਦੀ ਲਾਈਫ ਸਟਾਈਲ ਨੂੰ ਅਡਾਪਟ ਕਰਦੇ ਨੇ। ਡਿਫਰੈਂਟ ਰੀਜ਼ਨਸ ਦੇ ਵਿੱਚ ਡਿਫਰੈਂਟ ਤਰ੍ਹਾਂ ਦਾ ਜਿਹੜਾ ਇਹ ਕੰਸੈਪਟ ਤੁਹਾਨੂੰ ਮਿਲੇਗਾ। ਇੱਥੇ ਇਹ ਹੈ ਕਿ ਜਿਹੜੀ ਕਾਸਟ ਦੇ ਲੋਕਾਂ ਨੂੰ ਡੋਮੀਨੇਟ ਕਾਸਟ ਕਿਹਾ ਜਾਂਦਾ ਹੈ। ਡੋਮੀਨੇਟ ਕਾਸਟ ਕੋਈ ਵੀ ਹੋ ਸਕਦੀ ਹੈ ਕਿਸੇ ਸਪੈਸੀਫਿਕ ਏਰੀਆ ਦੇ ਵਿੱਚ ਜਿਹੜੀ ਡੋਮੀਨੇਟ ਕਰਦੀ ਹੈ, ਜਿਹਦਾ ਪ੍ਰਭਾਵ ਹੈਗਾ ਬਾਕੀ ਕਾਸਟ ਦੇ ਲੋਕਾਂ ਤੇ, ਠੀਕ ਹੈ। ਡੋਮੀਨੇਟ ਕਾਸਟ ਦੇ ਲੋਕ ਦੀ ਜਿਹੜੀ ਹੈ ਹੋਏਗੀ, ਸ਼ਾਰਟ ਕੁਐਸਚਨ ਆ ਸਕਦਾ ਡੋਮੀਨੇਟ ਕਾਸਟ, ਰਾਈਟ, ਪਲੀਜ਼ ਇਹ ਨੋਟ ਕਰ ਲਓ, ਡੋਮੀਨੇਟ ਕਾਸਟ ਤੇ ਸ਼ਾਰਟ ਕੁਐਸਚਨ ਮੈਕਸਿਮਮ ਟਾਈਮ ਆ ਜਾਂਦਾ ਹੈ। ਡੋਮੀਨੇਟ ਕਾਸਟ ਜਿਹੜੀ ਪ੍ਰਭਾਵਸ਼ਾਲੀ ਕਾਸਟ ਹੁੰਦੀ ਹੈ, ਪ੍ਰਭਾਵਸ਼ਾਲੀ ਜਾਤ ਜਿਹੜੀ ਹੈ ਹੋਏਗੀ ਕਿਸੇ ਵੀ ਰੀਜ਼ਨ ਦੇ ਵਿੱਚ, ਉਸ ਨੂੰ ਲੋਅਰ ਕਾਸਟ ਦੇ ਲੋਕ ਹੈਗੇ ਨੇ ਉਹ ਉਸ ਕਾਸਟ ਦਾ ਲਾਈਫ ਸਟਾਈਲ ਜਿਹੜਾ ਹੈਗਾ ਅਡਾਪਟ ਕਰਨਗੇ। ਹੁਣ ਡੋਮੀਨੇਟ ਕਾਸਟ ਦੀਆਂ ਫੀਚਰਸ ਕੀ ਨੇ? ਡੋਮੀਨੇਟ ਕਾਸਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਕਾਸਟ ਦੇ ਲੋਕਾਂ ਨੂੰ ਡੋਮੀਨੇਟ ਕਾਸਟ ਕਿਹਾ ਜਾਂਦਾ ਜਿਨ੍ਹਾਂ ਕੋਲ ਸਪੈਸੀਫਿਕ ਜਿਹੜੀ ਐਗਰੀਕਲਚਰ ਲੈਂਡ ਹੋਏਗੀ, ਕੁਝ ਉਪਜਾਊ ਜਿਹੜੀ ਜ਼ਮੀਨ ਹੈਗੀ ਹੈ ਉਹਨਾਂ ਕੋਲ ਹੋਏਗੀ ਜ਼ਿਆਦਾ ਏਰੀਆ ਤੇ ਉਹ ਉਹਨਾਂ ਦਾ ਜਿਹੜਾ ਉਸ ਕਾਸਟ ਦੇ ਲੋਕਾਂ ਦੇ ਅੰਡਰ ਹੋਏਗੀ, ਉਹਨਾਂ ਕਾਸਟ ਦੇ ਲੋਕਾਂ ਕੋਲ ਜਿਹੜੀ ਜ਼ਿਆਦਾ ਏਰੀਆ ਦੇ ਵਿੱਚ ਜ਼ਮੀਨ ਹੋਵੇਗੀ, ਠੀਕ ਹੈ। ਫਿਰ ਜਿਹੜਾ ਹੈਗਾ ਇੱਕ ਜਿਹੜੀ ਕਾਸਟ ਦੀ ਹੈਰਾਰਕੀ ਹੈਗੀ ਆ ਉਸ ਦੇ ਵਿੱਚ ਉਸ ਕਾਸਟ ਦੇ ਲੋਕਾਂ ਦਾ ਰੈਂਕ ਵੀ ਹਾਈ ਹੋਣਾ ਚਾਹੀਦਾ ਹੈ। ਇਸ ਦੋ ਫੀਚਰਸ ਦੇ ਬੇਸਿਸ ਤੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਡੋਮੀਨੇਟ ਕਾਸਟ ਜਿਹੜੀ ਹੈਗੀ ਹੈ ਜੱਟ ਕਾਸਟ ਜਿਹੜੀ ਮੰਨੀ ਜਾਂਦੀ ਹੈ, ਕਿਉਂਕਿ ਇਹ ਰਿਸਰਚ ਦੇ ਅਕੋਰਡਿੰਗਲੀ ਦੇਖਿਆ ਗਿਆ ਕਿ ਪੰਜਾਬ ਦੇ ਵਿੱਚ ਜ਼ਿਆਦਾ ਏਰੀਆ ਜਿਹੜੀ ਜ਼ਮੀਨ ਜਿਹੜੀ ਤੇ ਓਨਰਸ਼ਿਪ ਹੈਗੀ ਆ ਉਹ ਜੱਟ ਕਾਸਟ ਦੇ ਲੋਕਾਂ ਦੀ ਹੈਗੀ ਹੈ, ਤੇ ਡੋਮੀਨੇਟ ਕਾਸਟ ਇਸੇ ਕਰਕੇ ਉਹ ਹੈ ਕਿਉਂਕਿ ਪਾਵਰਫੁਲ ਹੈਗੀ ਹੈ ਤੇ ਅਲੱਗ-ਅਲੱਗ ਰੀਜ਼ਨ ਦੇ ਵਿੱਚ ਅਲੱਗ-ਅਲੱਗ ਜਿਹੜੇ ਕਾਸਟ ਡੋਮੀਨੇਟ ਕਾਸਟ ਹੋਏਗੀ, ਠੀਕ ਹੈ।
ਇਹ ਸਿਰਫ ਪੰਜਾਬ ਦੀ ਐਗਜ਼ਾਮਪਲ ਹੈਗੀ ਆ, ਬਾਕੀ ਥਾਵਾਂ ਤੇ ਅਲੱਗ ਹੋਰ ਕੋਈ ਕਾਸਟ ਜਿਹੜੀ ਹੋ ਸਕਦੀ ਹੈ। ਇਹ ਰਿਸਰਚ ਦੇ ਅਕੋਰਡਿੰਗਲੀ ਜਿਹੜਾ MN Srinivas ਨੇ ਡਿਫਰੈਂਟ ਰੂਰਲ ਏਰੀਆਜ਼ ਦਾ ਦੀ ਜਿਹੜੀ ਸਟੱਡੀ ਨੂੰ ਕਰਨ ਤੋਂ ਬਾਅਦ ਦੇ ਵਿੱਚ ਉਹਨੇ ਇਹ ਜਿਹੜਾ ਹੈਗਾ ਸਾਨੂੰ ਆਪਣੀਆਂ ਫਾਈਂਡਿੰਗਸ ਦੇ ਅਕੋਰਡਿੰਗਲੀ ਦੱਸਿਆ ਹੈ। ਹੁਣ ਇੱਥੇ ਜਦੋਂ ਕੋਈ ਵੀ ਪਰਸਨ ਜਿਹੜਾ ਹੈਗਾ ਕਿਸੇ ਵੀ ਕਾਸਟ ਲੋਅਰ ਕਾਸਟ ਦੇ ਲੋਕ ਹੋ ਗਏ ਜਾਂ ਫਿਰ ਟ੍ਰਾਈਬਲ ਲੋਕ ਹੋ ਗਏ, ਜਦੋਂ ਉਹ ਕਿਸੇ ਕਲਚਰ ਡਿਫਰੈਂਟ ਡੋਮੀਨੇਟ ਕਾਸਟ ਦੇ ਲੋਕਾਂ ਨੂੰ ਦੇ ਲਾਈਫ ਸਟਾਈਲ ਨੂੰ ਅਡਾਪਟ ਕਰਦੇ ਨੇ ਤਾਂ ਉਸ ਪ੍ਰੋਸੈਸ ਨੂੰ ਜਿਹੜਾ ਹੈਗਾ ਸੰਸਕ੍ਰਿਤਾਈਜੇਸ਼ਨ ਦਾ ਪ੍ਰੋਸੈਸ ਕਿਹਾ ਜਾਂਦਾ ਹੈ। ਜਿਵੇਂ ਰਾਜਸਥਾਨ ਦੇ ਵਿੱਚ ਜਿਹੜੇ ਟ੍ਰਾਈਬਲ ਲੋਕ ਹੈਗੇ ਨੇ, ਭੀਲ ਜਿਹੜੇ ਹੈਗੇ ਨੇ, ਭੀਲ ਟ੍ਰਾਈਬ ਜਿਹੜਾ ਹੈਗਾ ਰਾਜਸਥਾਨ ਦੇ ਵਿੱਚ ਮਿਲਦਾ ਹੈ। ਜਿਹੜਾ ਇਸ ਤੋਂ ਇਲਾਵਾ ਹਿਮਾਲਿਆਸ ਦੇ ਵਿੱਚ ਜਿਹੜੇ ਔਰੋਵਾ ਤੇ ਗੋਂਡਾਸ ਜਿਹੜਾ ਹੈਗਾ ਟ੍ਰਾਈਬਲ ਲੋਕ ਮਿਲਦੇ ਨੇ, ਇਹ ਵੀ ਸੰਸਕ੍ਰਿਤਾਈਜੇਸ਼ਨ ਦੇ ਪ੍ਰੋਸੈਸ ਨੂੰ ਅਡਾਪਟ ਕਰਦੇ ਹੋਏ ਇਹ ਆਪਣੇ ਆਪ ਨੂੰ ਹਿੰਦੂ ਕਾਸਟ ਦੇ ਲਾਈਫ ਸਟਾਈਲ ਨੂੰ ਅਡਾਪਟ ਕਰਕੇ ਆਪਣੇ ਆਪ ਨੂੰ ਹਿੰਦੂ ਕਾਸਟ ਜਿਹੜੀ ਕਾਸਟ ਦੇ ਲੋਕਾਂ ਤੋਂ ਦੇ ਜਿਹੜੇ ਹੈਗੇ ਬਰਾਬਰ ਜਿਹੜਾ ਹੈਗਾ ਕਹਿਣਾ ਸ਼ੁਰੂ ਕਰ ਦਿੱਤਾ ਹੈ। ਆਪਣੇ ਆਪ ਨੂੰ ਇਸ ਤਰੀਕੇ ਨਾਲ ਜਿਹੜਾ ਹੈਗਾ ਨੈਕਸਟ ਜਨਰੇਸ਼ਨ ਜਿਹੜੀਆਂ ਹੈਗੀਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਜਿਹੜੇ ਲੋਕ ਹੈਗੇ ਨੇ ਹਿੰਦੂ ਕਾਸਟ ਦੇ ਅਕੋਰਡਿੰਗਲੀ ਇਹਨਾਂ ਦਾ ਲਾਈਫ ਸਟਾਈਲ ਹੈਗਾ ਤੇ ਇਹਨਾਂ ਦੀ ਹਾਇਰਾਰਕੀ ਦੇ ਵਿੱਚ ਰੈਂਕ ਜਿਹੜਾ ਹੈਗਾ ਉਹਨਾਂ ਦੇ ਬਰਾਬਰ ਜਾਂ ਹਾਈ ਰੈਂਕ ਹੈਗਾ। ਠੀਕ ਹੈ, ਇੱਥੇ ਜਿਹੜਾ ਇਹ ਜਿਹੜੇ ਚੇਂਜਸ ਹੁੰਦੀਆਂ ਨੇਗੀਆਂ ਤਾਂ ਇਸ ਨੂੰ ਜੋਗਿੰਦਰਾ ਸਿੰਘ ਨੇ ਵੀ ਆਪਣੀ ਜਿਹੜੀ ਰਿਸਰਚ ਹੈਗੀ ਹੈ ਉਸ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਸੰਸਕ੍ਰਿਤਾਈਜੇਸ਼ਨ ਦੇ ਪ੍ਰੋਸੈਸ ਨਾਲ ਸੋਸ਼ਲ ਚੇਂਜ ਹੁੰਦੀ ਹੈ। ਇਸ ਚੇਂਜ ਜਿਹੜੀ ਹੈਗੀ ਹੈ ਇੰਡੋਗੇਮਸ ਜਿਹੜੇ ਗਰੁੱਪ ਹੈਗੇ ਨੇ ਉਹਨਾਂ ਦੇ ਵਿੱਚ ਹੁੰਦੀ ਹੈ, ਕਿਉਂਕਿ ਕਾਸਟ ਇੱਕ ਕਲੋਜ਼ ਗਰੁੱਪ ਹੈਗਾ, ਕਲੋਜ਼ਡ ਸੁਸਾਇਟੀ ਹੈਗੀ ਆ। ਅਸੀਂ ਜਦੋਂ ਕਾਸਟ ਸਿਸਟਮ ਨੂੰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਸਮਝ ਆਉਂਦਾ ਕਿ ਕਲਾਸ ਜਿਹੜੀ ਹੈਗੀ ਓਪਨ ਸੁਸਾਇਟੀ ਆ, ਓਪਨ ਜਿਹੜਾ ਹੈਗਾ ਇੱਕ ਤੋਂ ਦੂਜੀ ਕਲਾਸ ਦੇ ਵਿੱਚ ਜਾ ਸਕਦੇ ਹਾਂ, ਪਰ ਕਾਸਟ ਜਿਹੜੀ ਹੈਗੀ ਕਲੋਜ਼ਡ ਜਿਹੜਾ ਸੁਸਾਇਟੀ ਹੈਗੀ ਹੈ, ਇੱਥੇ ਜਿਹੜਾ ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਪਰ ਇੱਥੇ ਜਿਹੜਾ ਹੈਗਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਹਿਸਟੋਰੀਕਲ ਸਪੈਸਿਫਿਕ ਤੇ ਕੰਟੈਕਚੁਅਲ ਕੰਟੈਂਟਸ ਦੇ ਵਿੱਚ ਜਿਹੜਾ ਹੈਗਾ ਇਸ ਨੂੰ ਬਦਲਿਆ ਜਾ ਸਕਦਾ ਹੈ। ਕਿਵੇਂ ਬਦਲਿਆ ਜਾ ਸਕਦਾ ਹੈ ਕਿ ਜਿਵੇਂ ਇਸ ਪ੍ਰੋਸੈਸ ਨੂੰ ਨਾਲ ਉਹਨੇ ਇਹ ਵੀ ਦੱਸਿਆ ਕਿ ਜੋਗਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਇਸ ਪ੍ਰੋਸੈਸ ਨੂੰ ਜਿਹੜਾ ਹੈਗਾ ਐਂਟੀਸਪੇਟਰੀ ਸੋਸ਼ਲਾਈਜੇਸ਼ਨ ਕਿਹਾ ਜਾਂਦਾ ਹੈ। ਅਸੀਂ ਪੜ੍ਹਿਆ ਸੀ ਨਾ ਸੋਸ਼ਲਾਈਜੇਸ਼ਨ ਦਾ ਕੰਸੈਪਟ ਲਾਸਟ ਸਮੈਸਟਰ ਦੇ ਵਿੱਚ। ਸੋਸ਼ਲਾਈਜੇਸ਼ਨ ਦੇ ਵਿੱਚ ਐਂਟੀਸਪੇਟਰੀ ਸੋਸ਼ਲਾਈਜੇਸ਼ਨ ਉਹ ਹੁੰਦੀ ਹੈ ਜਦੋਂ ਅਸੀਂ ਇੱਕ ਕਲਚਰ ਤੋਂ ਦੂਜੇ ਕਲਚਰ ਦੇ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੇ ਹਾਂ। ਠੀਕ ਹੈ, ਆਪਣੇ ਕਲਚਰ ਨੂੰ ਛੱਡ ਕੇ ਦੂਜੇ ਕਲਚਰ ਦੇ ਵਿੱਚ ਚਲੇ ਜਾਂਦੇ ਆ, ਉੱਥੋਂ ਦਾ ਲਾਈਫ ਸਟਾਈਲ ਨੂੰ ਅਡਾਪਟ ਕਰ ਲੈਂਦੇ ਆ, ਤਾਂ ਉਸ ਨੂੰ ਐਂਟੀਸਪੇਟਰੀ ਸੋਸ਼ਲਾਈਜੇਸ਼ਨ ਕਹਿੰਦੇ ਆ, ਜਿਹਦੇ ਵਿੱਚ ਅਸੀਂ ਨੇ ਇੱਕ ਮੈਰਿਡ ਜਿਹੜੀ ਇੱਕ ਮੈਰਿਜ ਕਰਨ ਤੋਂ ਬਾਅਦ ਇੱਕ ਲੜਕੀ ਇੱਕ ਆਪਣੀ ਇਨਲॉ ਦੀ ਫੈਮਿਲੀ ਦੇ ਵਿੱਚ ਆਉਂਦੀ ਹੈ, ਉੱਥੇ ਅਸੀਂ ਨੇ ਐਂਟੀਸਪੇਟਰੀ ਸੋਸ਼ਲਾਈਜੇਸ਼ਨ ਦੀ ਗੱਲ ਕੀਤੀ ਸੀ ਨੀ ਕਿ ਉਹ ਆਪਣਾ ਕਲਚਰ ਛੱਡ ਕੇ ਆਉਂਦੀ ਹੈ, ਨਵੇਂ ਫੈਮਿਲੀ ਦੇ ਵਿੱਚ ਆਉਂਦੀ ਹੈ, ਨਵੇਂ ਕਲਚਰ ਨੂੰ ਅਡਾਪਟ ਕਰਦੀ ਹੈ, ਉੱਥੇ ਉਹਦੀ ਜਿਹੜੀ ਸੋਸ਼ਲਾਈਜੇਸ਼ਨ ਹੁੰਦੀ ਹੈ ਐਂਟੀਸਪੇਟਰੀ ਸੋਸ਼ਲਾਈਜੇਸ਼ਨ ਹੁੰਦੀ ਹੈ। ਰਾਈਟ, ਹੁਣ ਇੱਥੇ ਜਿਹੜਾ ਹੈਗਾ ਹਿਸਟੋਰੀਕਲ ਸਪੈਸਿਫਿਕ ਦੇ ਅਕੋਰਡਿੰਗਲੀ ਜਿਹੜਾ ਜੋਗਿੰਦਰਾ ਸਿੰਘ ਹੈਗਾ ਉਹ ਕਹਿੰਦਾ ਹੈ ਕਿ ਜਿਹੜੇ ਕੁਝ ਜਿਹੜੇ ਆ ਸੁਸਾਇਟੀਜ਼ ਦੇ ਵਿੱਚ ਡਿਫਰੈਂਟ ਕਾਸਟ ਦੇ ਜਿਹੜੇ ਟ੍ਰੈਡੀਸ਼ਨਲ ਟਾਈਮ ਤੇ ਅਲੱਗ-ਅਲੱਗ ਪੋਜੀਸ਼ਨ ਸੀਗੀ, ਉਹਨਾਂ ਦੇ ਵਿੱਚ ਜਿਹੜਾ ਸੋਸ਼ਲ ਚੇਂਜ ਆਇਆ, ਉਹਨਾਂ ਦੇ ਪੈਟਰਨ ਜਿਹੜੇ ਪੈਟਰਨ ਵੇਰੀਏਬਲਸ ਸੀਗੇ ਉਹਨਾਂ ਦੇ ਵਿੱਚ ਚੇਂਜ ਆਇਆ, ਉਹਨਾਂ ਦੇ ਕਲਚਰਸ ਦੇ ਵਿੱਚ ਚੇਂਜ ਆਇਆ, ਉਹਨਾਂ ਦੇ ਨੋਰਮਸ ਵੈਲਿਊਜ਼ ਦੇ ਵਿੱਚ ਚੇਂਜ ਆਇਆ। ਇਹ ਸਭ ਚੇਂਜ ਜਿਹੜਾ ਹੈਗਾ ਕਿਸ ਪ੍ਰੋਸੈਸ ਦੇ ਨਾਲ ਹੋਇਆ? ਸੰਸਕ੍ਰਿਤਾਈਜੇਸ਼ਨ ਦੇ ਪ੍ਰੋਸੈਸ ਦੇ ਨਾਲ। ਇਸ ਦੇ ਨਾਲ ਜਿਹੜਾ ਹੈਗਾ ਕਾਸਟ ਸਿਸਟਮ ਇੱਕ ਕਲੋਜ਼ਡ ਗਰੁੱਪ ਸੀਗਾ, ਉਸ ਦੇ ਵਿੱਚ ਵੀ ਮੋਬਿਲਿਟੀ ਆਉਣੀ ਸ਼ੁਰੂ ਹੋ ਗਈ। ਰਾਈਟ, ਕੰਟੈਕਚੁਅਲ ਸਪੈਸਿਫਿਕ ਦੇ ਅਕੋਰਡਿੰਗਲੀ ਜੋਗਿੰਦਰ ਸਿੰਘ ਕਹਿੰਦਾ ਕਿ ਜਦੋਂ ਕੋਈ ਕਿਸੇ ਲੋਅਰ ਕਾਸਟ ਦੇ ਲੋਕ ਹਾਇਰ ਕਾਸਟ ਦੇ ਲੋਕਾਂ ਦੇ ਲਾਈਫ ਸਟਾਈਲ ਨੂੰ ਅਡਾਪਟ ਕਰ ਲੈਂਦੇ ਨੇ, ਉਹਨਾਂ ਦੀਆਂ ਫੂਡ ਹੈਬਿਟਸ ਨੂੰ ਅਡਾਪਟ ਕਰ ਲੈਂਦੇ ਨੇ, ਡਰੈਸਿੰਗ ਸੈਂਸ ਨੂੰ ਅਡਾਪਟ ਕਰ ਲੈਂਦੇ ਨੇ, ਰਿਲੀਜੀਅਸ ਨੋਰਮਸ ਵੈਲਿਊਜ਼ ਨੂੰ ਅਡਾਪਟ ਕਰ ਲੈਂਦੇ ਨੇ, ਉਹਨਾਂ ਦੇ ਜਿਹੜੇ ਲਾਈਫ ਸਟਾਈਲ ਨੂੰ ਨਕਲ ਕਰਨਾ ਸ਼ੁਰੂ ਕਰ ਦਿੰਦੇ ਨੇ, ਤਾਂ ਉਸ ਪ੍ਰੋਸੈਸ ਨੂੰ ਸੰਸਕ੍ਰਿਤਾਈਜੇਸ਼ਨ ਦਾ ਪ੍ਰੋਸੈਸ ਕਿਹਾ ਜਾਂਦਾ ਹੈ। ਰਾਈਟ, ਹਾਂਜੀ, ਨੈਕਸਟ ਜਿਹੜਾ ਹੈਗਾ ਫੀਚਰਸ ਕੀ ਨੇ ਸੰਸਕ੍ਰਿਤਾਈਜੇਸ਼ਨ ਦੀਆਂ?
ਫੀਚਰਸ ਆਫ ਸੰਸਕ੍ਰਿਤਾਈਜੇਸ਼ਨ। ਸੰਸਕ੍ਰਿਤਾਈਜੇਸ਼ਨ ਜਿਹੜੀ ਦਾ ਪ੍ਰੋਸੈਸ ਜਿਹੜਾ ਹੈਗਾ ਇਹ ਇੱਕ ਯੂਨੀਵਰਸਲ ਪ੍ਰੋਸੈਸ ਹੈ, ਰਾਈਟ। ਸੰਸਕ੍ਰਿਤਾਈਜੇਸ਼ਨ ਦਾ ਪ੍ਰੋਸੈਸ ਜਿਹੜਾ ਹੈਗਾ ਕਿਸੇ ਇੰਡੀਵਿਜੂਅਲ ਦਾ ਪ੍ਰੋਸੈਸ ਨਹੀਂ ਹੈਗਾ, ਕਿਸੇ ਗਰੁੱਪ ਦਾ ਪ੍ਰੋਸੈਸ ਨਹੀਂ ਹੈਗਾ, ਇਹ ਯੂਨੀਵਰਸਲ ਪ੍ਰੋਸੈਸ ਹੈਗਾ। ਡਿਫਰੈਂਟ ਕਾਸਟ ਦੇ ਲੋਕਾਂ ਦੇ ਵਿੱਚ ਵੀ ਇਹ ਜਿਹੜਾ ਪ੍ਰੋਸੈਸ ਸਾਨੂੰ ਮਿਲ ਜਾਂਦਾ, ਡਿਫਰੈਂਟ ਜਿਹੜੇ ਟ੍ਰਾਈਬਸ ਹੈਗੇ ਨੇ ਉੱਥੇ ਵੀ ਇਹ ਸਾਨੂੰ ਮਿਲ ਜਾਂਦਾ, ਸੈਮੀ ਟ੍ਰਾਈਬਸ ਸੁਸਾਇਟੀਜ਼ ਦੇ ਵਿੱਚ ਵੀ ਮਿਲ ਜਾਂਦਾ, ਕਿਉਂਕਿ ਇੱਥੇ ਜਿਹੜਾ ਹੈਗਾ ਯੂਨੀਵਰਸਲੀ ਹਰ ਕੋਈ ਜਿਹੜਾ ਹੈਗਾ ਇੱਕ ਜਿਹੜੀ ਡੋਮੀਨੇਟ ਕਾਸਟ ਹੈਗੀ ਆ, ਰੈਫਰੈਂਸ ਕਾਸਟ ਹੈਗੀ ਆ, ਉਸ ਦੇ ਲਾਈਫ ਸਟਾਈਲ ਨੂੰ ਅਡਾਪਟ ਕਰਨ ਤੇ ਕੋਸ਼ਿਸ਼ ਕਰਦਾ ਹੈ। ਜਿਵੇਂ ਕਿ ਟ੍ਰਾਈਬਲ ਜਿਹੜੇ ਲੋਕ ਸੀਗੇ, ਸੈਮੀ ਟ੍ਰਾਈਬਲ ਲੋਕ ਸੀਗੇ, ਉਹਨਾਂ ਨੇ ਜਿਹੜਾ ਹਿੰਦੂ ਸੁਸਾਇਟੀ ਦੇ ਜਿਹੜੇ ਲੋਕ ਸੀਗੇ, ਹਿੰਦੂ ਲਾਈਫ ਸਟਾਈਲ ਨੂੰ ਅਡਾਪਟ ਕੀਤਾ, ਹਿੰਦੂ ਸੰਸਕ੍ਰਿਤੀ ਨੂੰ ਅਡਾਪਟ ਕੀਤਾ, ਕਲਚਰ ਨੂੰ ਅਡਾਪਟ ਕੀਤਾ। ਤਾਂ ਇਸ ਤਰ੍ਹਾਂ ਜਿਹੜੇ ਹੈਗੇ ਨੇ, ਇਸ ਤੋਂ ਇਲਾਵਾ ਕੁਝ ਜਿਹੜੇ ਟ੍ਰਾਈਬਲ ਜਿਹੜੇ ਲੋਕ ਸੀਗੇ, ਉਹਨਾਂ ਨੇ ਆਪਣੇ ਜਿਹੜੇ ਨਾਂ ਹੈਗੇ ਨੇ ਉਹਨਾਂ ਦੇ ਪਿੱਛੇ ਸਰਨੇਮ ਜਿਹੜਾ ਹੈਗਾ ਉਹ ਲਾਉਣਾ ਸ਼ੁਰੂ ਕਰ ਦਿੱਤਾ, ਜਿਹੜਾ ਕਿ ਹਿੰਦੂ ਸੁਸਾਇਟੀ ਦੇ ਲੋਕ ਲਾਉਂਦੇ ਸੀ। ਇਸ ਦੇ ਨਾਲ ਕੀ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਸੁਸਾਇਟੀ ਦੇ ਵਿੱਚ ਉਹਨਾਂ ਦੀ ਆਪਣੀ ਪੋਜੀਸ਼ਨ ਨੂੰ ਹਾਈ ਕਰ ਲਿਆ ਕੰਪੈरेटिवली ਆਪਣੇ ਜਿਹੜੇ ਉਹਨਾਂ ਦੇ ਗਰੁੱਪ ਦੇ ਜਿਹੜੇ ਬਾਕੀ ਲੋਕ ਸੀਗੇ। ਠੀਕ ਹੈ, ਇੱਕ ਗਰੁੱਪ ਹੈਗਾ ਜਿਹਦੇ ਵਿੱਚ 10 ਲੋਕ ਹੈਗੇ ਨੇ, ਜਿਹਦੇ ਵਿੱਚੋਂ 5 ਲੋਕਾਂ ਨੇ ਸੰਸਕ੍ਰਿਤਾਈਜੇਸ਼ਨ ਦੇ ਪ੍ਰੋਸੈਸ ਦੇ ਨਾਲ ਆਪਣੀ ਲਾਈਫ ਸਟਾਈਲ ਨੂੰ ਚੇਂਜ ਕਰ ਲਿਆ, ਹੈਬਿਟਸ ਨੂੰ ਚੇਂਜ ਕਰ ਲਿਆ। ਤਾਂ ਉਹ ਜਿਹੜੇ ਬਾਕੀ 5 ਬੱਚੇ ਉਹਨਾਂ ਨੂੰ ਆਪਣੇ ਆਪ ਤੋਂ ਨੀਵਾਂ ਸਮਝਦੇ ਨੇ, ਉਹਨਾਂ ਦਾ ਸਟੈਂਡਰਡ ਸਟੇਟਸ ਪੋਜੀਸ਼ਨ ਲੋ ਸਮਝਦੇ ਨੇ, ਤੇ ਉਹਨਾਂ ਦੇ ਕੰਪੈरेटिवली ਉਹ ਆਪਣੇ ਆਪ ਨੂੰ ਜਿਹੜਾ ਹਾਈ ਪੋਜੀਸ਼ਨ ਤੇ ਸਮਝਣ ਲੱਗ ਜਾਂਦੇ ਨੇ, ਰਾਈਟ। ਇੱਥੇ ਸੰਸਕ੍ਰਿਤਾਈਜੇਸ਼ਨ ਜਿਹੜਾ ਹੈਗਾ ਇੱਕ ਰੈਫਰੈਂਸ ਗਰੁੱਪ ਹੈ ਦੀ ਨਾਲ ਜਿਹੜਾ ਹੈਗਾ ਕਿਸੇ ਵੀ ਰੈਫਰੈਂਸ ਗਰੁੱਪ ਨੂੰ ਦੇ ਲਾਈਫ ਸਟਾਈਲ ਨੂੰ ਅਡਾਪਟ ਕੀਤਾ ਜਾਂਦਾ, ਜਿਵੇਂ ਕਿ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਕੋਈ ਵੀ ਕਿਸੇ ਵੀ ਕਾਸਟ ਨੂੰ ਆਪਣਾ ਰੈਫਰੈਂਸ ਆਈਡੀਅਲ ਮੰਨ ਸਕਦਾ ਹੈ। ਇੱਥੇ ਕੋਈ ਜ਼ਰੂਰੀ ਨਹੀਂ ਕਿ ਕਿਸੇ ਸਪੈਸੀਫਿਕ ਕਾਸਟ ਨੂੰ ਹੀ ਰੈਫਰੈਂਸ ਕਾਸਟ ਮੰਨਿਆ ਜਾਂਦਾ ਹੈ, ਆਈਡੀਅਲ ਕਾਸਟ ਮੰਨਿਆ ਜਾਂਦਾ ਹੈ। ਕੋਈ ਪਰਸਨ ਜਿਸ ਨੂੰ ਜਿਹੜੀ ਕਾਸਟ ਦੇ ਲੋਕਾਂ ਦਾ ਲਾਈਫ ਸਟਾਈਲ ਚੰਗਾ ਲੱਗਦਾ ਹੈ, ਜਿਹੜਾ ਵੀ ਕੋਈ ਕਿਸੇ ਕਾਸਟ ਦੇ ਲਾਈਫ ਸਟਾਈਲ ਨੂੰ ਅਡਾਪਟ ਕਰਨਾ ਚਾਹੁੰਦਾ ਉਹ ਕਰ ਸਕਦਾ ਹੈ। ਇਹ ਜਿਹੜਾ ਹੈਗਾ ਸੰਸਕ੍ਰਿਤਾਈਜੇਸ਼ਨ ਦੇ ਪ੍ਰੋਸੈਸ ਦੇ ਨਾਲ ਜਿਹੜਾ ਹੈਗਾ ਆਪਣੀ ਪੋਜੀਸ਼ਨ ਨੂੰ ਚੇਂਜ ਜਿਹੜਾ ਕਰ ਸਕਦੀ ਹੈ। ਇਸ ਤੋਂ ਇਲਾਵਾ ਸੰਸਕ੍ਰਿਤਾਈਜੇਸ਼ਨ ਦੇ ਪ੍ਰੋਸੈਸ ਦੇ ਨਾਲ ਕੀ ਹੁੰਦਾ ਕਿ ਜਿਹੜੇ ਇੱਕ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ 10 ਲੋਕ ਹੈਗੇ ਨੇ, ਉਹਦੇ ਵਿੱਚੋਂ 5 ਇੱਕ ਕਾਸਟ ਦੇ ਜਿਹੜੇ ਆਈਡੀਅਲ ਕਾਸਟ ਮੰਨ ਲੈਂਦੇ ਨੇ, ਉਹਦੇ ਲਾਈਫ ਸਟਾਈਲ ਨੂੰ ਅਡਾਪਟ ਕਰ ਲੈਂਦੇ ਨੇ, ਤੇ ਕੰਪੈरेटिवली ਦੂਜੇ ਜਿਹੜੇ ਬਾਕੀ ਮੈਂਬਰ ਉਹਨਾਂ ਦੇ ਬਚ ਜਾਂਦੇ ਨੇ, ਉਹਨਾਂ ਤੋਂ ਆਪਣੇ ਆਪ ਨੂੰ ਹਾਈ ਰੈਂਕ ਤੇ ਹਾਈ ਪੋਜੀਸ਼ਨ ਤੇ ਸਮਝਣਾ ਸ਼ੁਰੂ ਕਰ ਦਿੰਦੇ ਨੇ। ਇੱਥੇ ਟ੍ਰੈਡੀਸ਼ਨਲ ਟਾਈਮ ਦੇ ਜੇ ਅਸੀਂ ਦੇਖੀਏ, ਕਿਉਂਕਿ ਸਾਡੀ ਇੰਡੀਅਨ ਸੁਸਾਇਟੀ ਜਿਹੜੀ ਹੈਗੀ ਹੈ ਮੈਕਸਿਮਮ ਹਿੰਦੂ ਸੁਸਾਇਟੀ ਹੈ, ਇੱਥੇ ਜਿਹੜਾ ਜਿੰਨੇ ਵੀ ਲੋ ਕਾਸਟ ਦੇ ਲੋਕ ਹੈਗੇ ਨੇ ਉਹ ਜਿਹੜਾ ਲਾਈਫ ਸਟਾਈਲ ਅਡਾਪਟ ਕਰਦੇ ਨੇ, ਹਾਈ ਕਾਸਟ ਦੇ ਵਿੱਚ ਜਿਹੜਾ ਹੈਗਾ ਉਹ ਹਿੰਦੂ ਕਾਸਟ ਦੇ ਜਿਹੜੇ ਲੋਕਾਂ ਦਾ ਲਾਈਫ ਸਟਾਈਲ ਨੂੰ ਅਡਾਪਟ ਕਰਦੇ ਨੇ। ਉਹਨਾਂ ਦੇ ਲਾਈਫ ਸਟਾਈਲ ਦੇ ਵਿੱਚ ਉਹਨਾਂ ਦੇ ਰਿਲੀਜੀਅਸ ਐਕਟੀਵਿਟੀਜ਼ ਨੂੰ, ਉਹਨਾਂ ਦੇ ਡਾਈਟ ਪੈਟਰਨ ਕੀ ਹੈਗਾ, ਉਹਨਾਂ ਦਾ ਜਿਹੜਾ ਡਰੈਸਿੰਗ ਸੈਂਸ ਕੀ ਹੈ, ਉਹ ਸਭ ਨੂੰ ਅਡਾਪਟ ਕਰ ਲੈਂਦੇ ਨੇ, ਜਿਸ ਦੇ ਨਾਲ ਉਹ ਆਪਣੇ ਆਪ ਨੂੰ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਦੀ ਪੋਜੀਸ਼ਨ ਦੇ ਅਕੋਰਡਿੰਗਲੀ ਜਿਹੜਾ ਹੈਗਾ ਸਮਝਣ ਲੱਗ ਜਾਂਦੇ ਨੇ, ਆਪਣੀ ਕਾਸਟ ਦੇ ਆਪਣੀ ਕਮਿਊਨਿਟੀ ਦੇ ਬਾਕੀ ਲੋਕਾਂ ਨਾਲੋਂ ਆਪਣੇ ਆਪ ਨੂੰ ਉੱਪਰ ਸਮਝਣ ਲੱਗ ਜਾਂਦੇ ਹੈ। ਇਸ ਤਰ੍ਹਾਂ ਜਦੋਂ ਇੱਕ ਕੋਈ ਵੀ ਕਾਸਟ ਦੇ ਲੋਕ ਜਿਹੜੇ ਨੇ ਸੰਸਕ੍ਰਿਤਾਈਜੇਸ਼ਨ ਦੇ ਪ੍ਰੋਸੈਸ ਦੇ ਨਾਲ ਆਪਣੇ ਜਿਹੜਾ ਆਈਡੀਅਲ ਕਾਸਟ ਦੇ ਅਕੋਰਡਿੰਗਲੀ ਆਪਣੀ ਲਾਈਫ ਸਟਾਈਲ ਨੂੰ ਚੇਂਜ ਕਰ ਲੈਂਦੇ ਨੇ, ਉੱਥੇ ਸਿਰਫ ਉਹ ਆਪਣੇ ਜਿਹੜੇ ਸਟੇਟਸ ਪੈਟਰਨ ਹੈਗਾ ਉਸ ਨੂੰ ਹੀ ਚੇਂਜ ਕਰ ਸਕਦੇ ਨੇ। ਕਾਸਟ ਦਾ ਸਟਰਕਚਰ ਚੇਂਜ ਨਹੀਂ ਹੁੰਦਾ, ਕਾਸਟ ਐਜ਼ ਇਟ ਇਜ਼ ਰਹਿੰਦੀ ਹੈ, ਜਿਵੇਂ ਜਿਹੜੀ ਕਾਸਟ ਦੇ ਉਹ ਮੈਂਬਰ ਸੀਗੇ, ਸਿਰਫ ਤੇ ਸਿਰਫ ਉਹ ਉਹਨਾਂ ਦੀ ਲਾਈਫ ਸਟਾਈਲ ਦੇ ਵਿੱਚ ਮੋਬਿਲਿਟੀ ਆਉਂਦੀ ਹੈ, ਉਹਨਾਂ ਦੀ ਪੋਜੀਸ਼ਨ ਦੇ ਵਿੱਚ ਮੋਬਿਲਿਟੀ ਆਉਂਦੀ ਹੈ, ਉਹ ਆਪਣੀ ਲਾਈਫ ਸਟਾਈਲ ਨੂੰ ਬਦਲ ਸਕਦੇ ਨੇ, ਨਾ ਕਿ ਕਾਸਟ ਨੂੰ। ਇੱਕ ਜਿਹੜੇ ਲੋ ਰੈਂਕ ਤੋਂ ਥੋੜਾ ਅਪਰ ਰੈਂਕ ਦੇ ਵਿੱਚ ਚਲੇ ਜਾਂਦੇ ਨੇ, ਜਿਵੇਂ ਉਹਨਾਂ ਦਾ ਲਾਈਫ ਸਟਾਈਲ ਚੇਂਜ ਹੋਏਗਾ, ਨੈਚੁਰਲੀ ਹੈ ਕਿ ਉਹਨਾਂ ਦੇ ਜਿਹੜਾ ਰੈਂਕ ਉਸ ਦੇ ਅਕੋਰਡਿੰਗਲੀ ਉਹਨਾਂ ਦੀ ਰੈਂਕ ਜਿਹੜਾ ਸੁਸਾਇਟੀ ਦੇ ਵਿੱਚ ਚੇਂਜ ਹੋ ਜਾਏਗਾ। ਸੰਸਕ੍ਰਿਤਾਈਜੇਸ਼ਨ ਜਿਹੜੀ ਹੈਗੀ ਹੈ ਇਹ ਕੋਈ ਇੱਕ ਇੰਡੀਵਿਜੂਅਲ ਮੋਬਿਲਿਟੀ ਨਹੀਂ ਹੈਗੀ,
ਇਹ ਗਰੁੱਪ ਮੋਬਿਲਿਟੀ ਹੈ। ਜਦੋਂ ਵੀ ਸੰਸਕ੍ਰਿਤਾਈਜੇਸ਼ਨ ਦਾ ਪ੍ਰੋਸੈਸ ਦੇ ਨਾਲ ਕੋਈ ਆਪਣੀ ਆਈਡਲ ਕਾਸਟ ਦੇ ਅਕੋਰਡਿੰਗਲੀ ਆਪਣੀ ਲਾਈਫ ਸਟਾਈਲ ਨੂੰ ਚੇਂਜ ਕਰਨ ਦੀ ਗੱਲ ਕਰਦਾ, ਤਾਂ ਉੱਥੇ ਕੋਈ ਇੱਕ ਪਰਸਨ ਚੇਂਜ ਨਹੀਂ ਕਰਦਾ। ਉੱਥੇ ਜਿਹੜਾ ਹੈਗਾ ਉਹ ਕਾਸਟ ਜਾਂ ਟਰਾਈਬ ਜੋ ਵੀ ਹੈਗੇ ਆ, ਪੂਰਾ ਗਰੁੱਪ ਜਿਹੜਾ ਹੈਗਾ ਸਾਰਿਆਂ ਦਾ ਜਿਹੜਾ ਹੈਗਾ ਲਾਈਫ ਸਟਾਈਲ ਚੇਂਜ ਹੋ ਜਾਂਦਾ ਹੈ। ਜਿਹੜੇ ਲੋਕ ਆਪਣੇ ਲਾਈਫ ਸਟਾਈਲ ਨੂੰ ਚੇਂਜ ਕਰਦੇ ਨੇ ਉਸ ਦੇ ਵਿੱਚ ਉਹ ਜਿਹੜੇ ਗਰੁੱਪ ਦੇ ਨਾਲ ਲੋਕ ਹੈਗੇ ਨੇ ਉਹਨਾਂ ਦੀ ਜਿਹੜੀ ਲਾਈਫ ਸਟਾਈਲ ਜਿਹੜਾ ਹੈਗਾ ਉਹ ਚੇਂਜ ਹੋ ਜਾਂਦਾ ਹੈ, ਉਹ ਥੋੜਾ ਉਹਨਾਂ ਦਾ ਰੈਂਕ ਅਪ ਹੋ ਜਾਂਦਾ ਹੈ ਸੁਸਾਇਟੀ ਦੇ ਵਿੱਚ। ਹਾਂਜੀ, ਨੈਕਸਟ ਜਿਹੜਾ ਹੈਗਾ ਸੰਸਕ੍ਰਿਤਾਈਜੇਸ਼ਨ ਦੇ ਸੋਰਸਿਸ ਕੀ ਨੇ। ਸੰਸਕ੍ਰਿਤਾਈਜੇਸ਼ਨ ਜਿਹੜੀ ਹੈਗੀ ਆ ਉਹ ਕਿਵੇਂ, ਕਿਹੜੇ ਸੋਰਸਿਸ ਨੇ ਜਿਹੜੇ ਸੰਸਕ੍ਰਿਤਾਈਜੇਸ਼ਨ ਲੈ ਕੇ ਆਏ ਨੇ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਸੰਸਕ੍ਰਿਤਾਈਜੇਸ਼ਨ ਲੈ ਕੇ ਆਉਣ ਦੇ ਲਈ ਜਿਹੜੇ ਮੇਨ ਸੋਰਸਿਸ ਦੇ ਵਿੱਚੋਂ ਆ ਜਾਂਦਾ ਹੈ ਵੈਸਟਰਨ ਐਜੂਕੇਸ਼ਨ। ਸੋਸਾਇਟੀ ਤੇ ਵੈਸਟਰਨ ਐਜੂਕੇਸ਼ਨ ਦਾ ਇੰਪੈਕਟ ਜਿਹੜਾ ਪਿਆ, ਜਿਸ ਦੇ ਨਾਲ ਕੀ ਹੋਇਆ ਕਿ ਜਿਹੜੇ ਸਪੈਸੀਫਿਕ ਕਾਸਟ ਦੇ ਲੋਕ ਸੀ ਉਹਨਾਂ ਨੂੰ ਐਜੂਕੇਸ਼ਨ ਲੈਣ ਦੀ ਜਿਹੜੀ ਪਰਮਿਸ਼ਨ ਸੀਗੀ ਉਹ ਖਤਮ ਹੋ ਗਈ। ਵੈਸਟਰਨ ਐਜੂਕੇਸ਼ਨ ਆਉਣ ਦੇ ਨਾਲ ਜਿਹੜਾ ਹੈਗਾ ਹਰ ਕਾਸਟ ਦੇ ਲੋਕਾਂ ਨੂੰ ਐਜੂਕੇਸ਼ਨ ਲੈਣ ਦਾ ਜਿਹੜਾ ਰਾਈਟ ਮਿਲ ਗਿਆ, ਚਾਹੇ ਉਹ ਕਿਸੇ ਵੀ ਕਾਸਟ ਦੇ ਲੋਕ ਸੀਗੇ, ਸ਼ੂਦਰ ਸੀਗੇ ਜਾਂ ਅਨਟਚੇਬਲ ਸੀਗੇ। ਕੋਈ ਇਹ ਕੰਡੀਸ਼ਨ ਨਹੀਂ ਸੀ ਕਿ ਇਸ ਕਾਸਟ ਦੇ ਲੋਕਾਂ ਨੂੰ ਹੀ ਜਿਹੜੀ ਐਜੂਕੇਸ਼ਨ ਮਿਲਣੀ ਹੈ ਤੇ ਬਾਕੀਆਂ ਨੂੰ ਨਹੀਂ ਮਿਲਣੀ। ਇਸ ਤੋਂ ਇਲਾਵਾ ਟਰਾਂਸਪੋਰਟ ਤੇ ਕਮਿਊਨੀਕੇਸ਼ਨ ਦੇ ਜਿਹੜੇ ਸੋਰਸਿਸ ਹੈਗੇ ਨੇ ਉਹਨਾਂ ਦੀ ਡਿਵੈਲਪਮੈਂਟ ਦੇ ਨਾਲ, ਡਿਵੈਲਪਮੈਂਟ ਆਫ ਮੀਨਸ ਆਫ ਟਰਾਂਸਪੋਰਟ ਐਂਡ ਕਮਿਊਨੀਕੇਸ਼ਨ। ਇੱਥੇ ਕੀ ਹੋਇਆ ਕਿ ਜਦੋਂ ਕਮਿਊਨੀਕੇਸ਼ਨ ਦੇ ਸੋਰਸਿਸ ਦੀ ਡਿਵੈਲਪਮੈਂਟ ਦੇ ਨਾਲ, ਟਰਾਂਸਪੋਰਟ ਡਿਵੈਲਪ ਹੋਣ ਦੇ ਨਾਲ ਜਿਹੜਾ ਹੈਗਾ ਕਾਸਟ ਸਿਸਟਮ ਦੇ ਕੰਸੈਪਟ ਜਿਹੜਾ ਸੀਗਾ ਹੌਲੀ ਹੌਲੀ ਖਤਮ ਹੁੰਦਾ ਗਿਆ। ਹੁਣ ਜਦੋਂ ਅਸੀਂ ਸਪੋਜ਼ ਕਰੋ ਅਸੀਂ ਕਿਤੇ ਵੀ ਟਰੈਵਲ ਕਰ ਰਹੇ ਹਾਂ ਤਾਂ ਅਸੀਂ ਇਹ ਨਹੀਂ ਦੇਖਦੇ ਕਿ ਸਾਡੇ ਨਾਲ ਜਿਹੜਾ ਕੋਈ ਬੈਠਾ ਹੈ ਉਹ ਕਿਸ ਕਾਸਟ ਦਾ ਕਿਸ ਕਾਸਟ ਦਾ ਜਿਹੜਾ ਪਰਸਨ ਹੈਗਾ ਕਿਸ ਕਾਸਟ ਨੂੰ ਬਿਲੋਂਗ ਕਰਦਾ ਹੈ। ਸਾਰੇ ਜਿਸ ਨੂੰ ਜਿੱਥੇ ਸੀਟ ਮਿਲਦੀ ਹੈ, ਜਿਹੜਾ ਸੀਟ ਨੰਬਰ ਹੁੰਦਾ ਉਸ ਦੇ ਅਕੋਰਡਿੰਗਲੀ ਜਿਹੜਾ ਹੈਗਾ ਹਰ ਕੋਈ ਆਪਣੀ ਸੀਟ ਤੇ ਬੈਠਦਾ। ਇਹ ਨਹੀਂ ਹੈਗਾ ਕਿ ਕੋਈ ਵੀ ਕਿਸੇ ਪਹਿਲਾਂ ਇਹ ਪੁੱਛੇਗਾ ਕਿ ਤੁਸੀਂ ਕਿਹੜੀ ਕਾਸਟ ਦੇ ਹੈਗੇ ਹੋ, ਜੇਕਰ ਇਸ ਕਾਸਟ ਦੇ ਹੈਗੇ ਹੋ ਤਾਂ ਤੁਹਾਡੇ ਨਾਲ ਬੈਠਾਂਗਾ। ਹਾਂਜੀ, ਜੇਕਰ ਸਪੈਸੀਫਿਕ ਕਾਸਟ ਦੇ ਵਿਅਕਤੀ ਹੈਗੇ ਹੋ ਤਾਂ ਤੁਹਾਡੇ ਨਾਲ ਬੈਠਾਂਗਾ ਤੇ ਨਹੀਂ ਨਹੀਂ ਬੈਠਾਂਗਾ, ਰਾਈਟ। ਇਸ ਤਰ੍ਹਾਂ ਇਹ ਸਾਰਾ ਜਿਹੜਾ ਕੰਸੈਪਟ ਹੌਲੀ ਹੌਲੀ ਖਤਮ ਹੁੰਦਾ ਗਿਆ, ਤਾਂ ਇਸ ਦੇ ਨਾਲ ਵੀ ਜਿਹੜਾ ਹੈਗਾ ਕਾਸਟ ਸਿਸਟਮ ਦਾ ਕੰਸੈਪਟ ਖਤਮ ਹੁੰਦਾ ਗਿਆ ਤੇ ਸੰਸਕ੍ਰਿਤਾਈਜੇਸ਼ਨ ਨੂੰ ਸੰਸਕ੍ਰਿਤਾਈਜੇਸ਼ਨ ਦਾ ਜਿਹੜਾ ਪ੍ਰੋਸੈਸ ਸੀਗਾ ਉਹ ਅੱਗੇ ਵੱਧਦਾ ਗਿਆ। ਇਸ ਤੋਂ ਇਲਾਵਾ ਅਰਬਨਾਈਜੇਸ਼ਨ ਦਾ ਕੰਸੈਪਟ ਆਇਆ, ਜਿਸ ਦੇ ਨਾਲ ਵੀ ਸੰਸਕ੍ਰਿਤਾਈਜੇਸ਼ਨ ਦਾ ਪ੍ਰੋਸੈਸ ਹੋਰ ਜ਼ਿਆਦਾ ਅੱਗੇ ਵਧਿਆ। ਕਿਉਂਕਿ ਜਦੋਂ ਛੋਟੇ ਛੋਟੇ ਸ਼ਹਿਰ ਸੀਗੇ, ਜਿਹੜੇ ਅਰਬਨ ਏਰੀਆ ਸੀਗਾ ਡਿਵੈਲਪ ਹੁੰਦਾ ਗਿਆ, ਡਿਫਰੈਂਟ ਟਾਈਪ ਆਫ ਇੰਡਸਟਰੀਜ਼ ਉੱਥੇ ਲਗਾਈਆਂ ਗਈਆਂ। ਇਸ ਦੇ ਨਾਲ ਅਲੱਗ-ਅਲੱਗ ਕਾਸਟ ਰਿਲੀਜਨ ਦੇ ਜਿਹੜੇ ਲੋਕ ਸੀਗੇ ਉਹ ਉੱਥੇ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ। ਉੱਥੇ ਉਹਨਾਂ ਨੂੰ ਇੰਪਲੋਇਮੈਂਟ ਮਿਲੀ, ਕੋਈ ਲੇਬਰ ਦਾ ਕੰਮ ਕਰ ਰਿਹਾ, ਕੋਈ ਇੰਪਲਾਈ ਹੈਗਾ ਹੈ ਨਾ, ਡਿਫਰੈਂਟ ਰੈਂਕ ਦੇ ਅਕੋਰਡਿੰਗਲੀ ਉਹ ਆਪਣਾ ਉਹਨਾਂ ਨੂੰ ਆਕੂਪੇਸ਼ਨ ਕਰਨ ਦਾ ਉੱਥੇ ਜਿਹੜਾ ਹੈਗਾ ਓਪਰਚੁਨਿਟੀਜ਼ ਮਿਲੀਆਂ। ਤੇ ਇੱਥੇ ਫਿਰ ਸਾਰੇ ਕਾਸਟ ਦੇ, ਹਰ ਕਾਸਟ ਦੇ, ਹਰ ਰਿਲੀਜਨ ਦੇ ਲੋਕ ਜਿਹੜੇ ਹੈਗੇ ਨੇ ਮਿਲ ਕੇ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ। ਅਰਬਨ ਏਰੀਆਜ਼ ਦੇ ਵਿੱਚ ਸਾਰੇ ਇਕੱਠੇ ਰਹਿ ਰਹੇ ਨੇ। ਇੱਥੇ ਹੁਣ ਉਹ ਕੰਸੈਪਟ ਖਤਮ ਹੋ ਗਿਆ ਜਿਹੜਾ ਟ੍ਰੈਡੀਸ਼ਨਲ ਟਾਈਮ ਤੇ ਅਸੀਂ ਇੰਡੀਅਨ ਸੋਸਾਇਟੀ ਦੇ ਰੂਰਲ ਏਰੀਆਜ਼ ਦੇ ਵਿੱਚ ਦੇਖਦੇ ਸੀ। ਵਿਲੇजेस ਦੇ ਵਿੱਚ ਆਮ ਅੱਜ ਵੀ ਜੇ ਦੇਖੀਏ ਤਾਂ ਅਲੱਗ-ਅਲੱਗ ਕਾਸਟ ਦੇ ਲੋਕਾਂ ਦੇ ਘਰ ਜਿਹੜੇ ਹੈਗੇ ਨੇ ਅਲੱਗ-ਅਲੱਗ ਥਾਂ ਤੇ ਬਣੇ ਹੁੰਦੇ ਨੇ, ਮਿਕਸ ਨਹੀਂ ਹੋਣਗੇ ਕਿਤੇ ਵੀ। ਇੱਕ ਸਪੈਸ਼ਲ ਡਾਇਰੈਕਸ਼ਨ ਦੇ ਵਿੱਚ ਸਪੈਸ਼ਲ ਕਾਸਟ ਦੇ ਲੋਕਾਂ ਦੇ ਜਿਹੜੇ ਘਰ ਹੋਣਗੇ, ਦੂਜੀ ਡਾਇਰੈਕਸ਼ਨ ਦੇ ਵਿੱਚ ਦੂਜੀ ਕਾਸਟ ਦੇ ਜਿਹੜੇ ਲੋਕਾਂ ਦੇ ਘਰ ਹੋਣਗੇ, ਠੀਕ ਹੈ। ਇਸ ਤਰ੍ਹਾਂ ਦਾ ਇਹ ਕੰਸੈਪਟ ਜਿਹੜਾ ਅਰਬਨਾਈਜੇਸ਼ਨ ਆਉਣ ਦੇ ਨਾਲ, ਅਰਬਨਿਜ਼ਮ ਆਉਣ ਦੇ ਨਾਲ ਜਿਹੜਾ ਹੈਗਾ ਚੇਂਜ ਹੋ ਗਿਆ। ਇਸ ਤੋਂ ਇਲਾਵਾ ਨਿਊ ਆਕੂਪੇਸ਼ਨ ਦੀ ਚੋਇਸ ਮਿਲ ਗਈ। ਟ੍ਰੈਡੀਸ਼ਨਲ ਟਾਈਮ ਤੇ ਜਿਹੜਾ ਆਕੂਪੇਸ਼ਨ ਦਾ ਅਸੀਂ ਸਾਨੂੰ ਜਿਹੜੀ ਪਰਮਿਸ਼ਨ ਹੁੰਦੀ ਸੀ ਸਿਰਫ ਕਾਸਟ ਦੇ ਬੇਸ ਤੇ ਹੁੰਦੀ ਸੀ। ਜਿਹੜੀ ਕਾਸਟ ਦੇ ਕੋਈ ਵੀ ਵਿਅਕਤੀ ਹੈਗਾ ਉਸ ਕਾਸਟ ਦਾ ਜਿਹੜਾ ਆਕੂਪੇਸ਼ਨ ਹੈਗਾ ਉਸਨੇ ਉਹੀ ਕਰਨਾ ਹੁੰਦਾ ਸੀ। ਪਰ ਇੰਡਸਟਰੀ ਆਉਣ ਦੇ ਨਾਲ, ਅਰਬਨਾਈਜੇਸ਼ਨ ਆਉਣ ਦੇ ਨਾਲ, ਵੈਸਟਰਨ ਐਜੂਕੇਸ਼ਨ ਆਉਣ ਦੇ ਨਾਲ ਜਿਹੜਾ ਮਲਟੀਪਲ ਆਕੂਪੇਸ਼ਨ ਦੀ ਚੋਇਸ ਮਿਲ ਗਈ। ਹਰ ਕੋਈ ਆਪਣੀ ਸਕਿੱਲਸ ਦੇ ਅਕੋਰਡਿੰਗਲੀ ਜਿਹੜਾ ਹੈਗਾ ਆਕੂਪੇਸ਼ਨ ਚੂਜ਼ ਕਰ ਸਕਦਾ ਸੀਗਾ ਤੇ ਉਸ ਦੇ ਅਕੋਰਡਿੰਗਲੀ ਜਿਹੜਾ ਹੈਗਾ ਉਸਨੂੰ ਕੰਮ ਮਿਲ ਜਾਂਦਾ। ਅਲੱਗ-ਅਲੱਗ ਐਜੂਕੇਸ਼ਨ ਦੇ ਬੇਸਿਸ ਤੇ, ਉਹਦੀ ਸਪੈਸ਼ਲਾਈਜੇਸ਼ਨ ਦੇ ਬੇਸਿਸ ਤੇ ਉਹਨੂੰ ਜਿਹੜਾ ਹੈਗਾ ਇੰਡਸਟਰੀ ਦੇ ਵਿੱਚ ਜਿਹੜਾ ਹੈਗਾ ਐਜ਼ ਏ ਇੰਪਲੋਈ
ਅਪਾਇੰਟ ਕੀਤਾ ਜਾਂਦਾ ਹੈ, ਨਾ ਕਿ ਉਹਦੀ ਕਾਸਟ ਦੇ ਬੇਸ ਤੇ ਉਹਨੂੰ ਅਪਾਇੰਟ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਰਿਲੀਜੀਅਸ ਐਂਡ ਸੋਸ਼ਲ ਜਿਹੜੀਆਂ ਮੂਵਮੈਂਟਸ ਹੋਈਆਂ ਨੇ ਉਹ ਵੀ ਸੰਸਕ੍ਰਿਤਾਈਜੇਸ਼ਨ ਦੇ ਪ੍ਰੋਸੈਸ ਨੂੰ ਪ੍ਰਮੋਟ ਕਰਨ ਦੇ ਵਿੱਚ ਹੈਲਪ ਕੀਤੀ ਉਹਨਾਂ ਨੇ। ਜਿਵੇਂ ਅਲੱਗ-ਅਲੱਗ ਟਾਈਮ ਤੇ ਬਹੁਤ ਸਾਰੀਆਂ ਸੋਸ਼ਲ ਐਂਡ ਰਿਲੀਜੀਅਸ ਮੂਵਮੈਂਟਸ ਹੋਈਆਂ, ਜਿਹਦੇ ਵਿੱਚੋਂ ਬ੍ਰਹਮੋ ਸਮਾਜ, ਪ੍ਰਾਰਥਨਾ ਸਮਾਜ, ਆਰੀਆ ਸਮਾਜ ਹੈ ਨਾ, ਡਿਫਰੈਂਟ ਜਿਹੜੇ ਰਿਫੋਰਮਰ ਸੀਗੇ, ਰਾਜਾ ਰਾਮ ਮੋਹਨ ਰਾਏ, ਸਵਾਮੀ ਦਯਾਨੰਦ ਸਰਸਵਤੀ, ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਸੋਸ਼ਲ ਤੇ ਰਿਲੀਜੀਅਸ ਰਿਫੋਰਮਰ ਸੀਗੇ, ਨੈਸ਼ਨਲਿਸਟ ਸੀਗੇ, ਇਹਨਾਂ ਨੇ ਬਹੁਤ ਸਾਰੇ ਜਿਹੜੇ ਰਿਫੋਰਮ ਲੈ ਕੇ ਆਂਦਾ ਸੁਸਾਇਟੀ ਦੇ ਵਿੱਚ। ਇਸ ਦੇ ਨਾਲ ਵੀ ਜਿਹੜਾ ਹੈਗਾ ਉਹਨਾਂ ਨੇ ਜਿਹੜੀਆਂ ਸੋਸ਼ਲ ਈਵਲ ਸੀਗੇ ਇੰਡੀਅਨ ਸੁਸਾਇਟੀ ਦੇ ਵਿੱਚ ਉਹਨਾਂ ਨੂੰ ਖਤਮ ਕਰਨ ਦੀ ਗੱਲ ਕੀਤੀ। ਇਸ ਤੋਂ ਇਲਾਵਾ ਪੋਲੀਟੀਕਲ ਅਥਾਰਟੀ, ਪੋਲੀਟੀਕਲ ਸਿਸਟਮ ਜਿਹੜਾ ਹੈਗਾ ਸੰਸਕ੍ਰਿਤਾਈਜੇਸ਼ਨ ਦਾ ਕੰਸੈਪਟ ਲੈ ਕੇ ਲਿਆਂਦਾ ਉਸਨੇ ਵੀ, ਕਿਉਂਕਿ ਅਸੀਂ ਜਦੋਂ ਦੇਖਦੇ ਹਾਂ ਟ੍ਰੈਡੀਸ਼ਨਲ ਟਾਈਮ ਤੇ ਤਾਂ ਡੈਮੋਕ੍ਰੇਸੀ ਨਹੀਂ ਸੀਗੀ, ਜਿਸ ਦੇ ਨਾਲ ਜੋ ਹੈਰੀਡੇਟਰੀ ਚੱਲ ਰਿਹਾ ਹੁੰਦਾ ਸੀ ਉਸ ਦੇ ਅਕੋਰਡਿੰਗਲੀ ਜਿਹੜਾ ਹੈਗਾ ਅੱਗੇ ਚੱਲਦਾ ਰਹਿੰਦਾ ਸੀ। ਜਿਵੇਂ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਇੰਡੀਆ ਦੇ ਵਿੱਚ ਐਸਟੈਬਲਿਸ਼ ਹੋਇਆ, ਈਸਟ ਇੰਡੀਆ ਕੰਪਨੀ ਇੰਡੀਆ ਦੇ ਵਿੱਚ ਆਈ, ਤਾਂ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਜਿਹੜਾ ਬ੍ਰਿਟਿਸ਼ ਪਾਰਲੀਮੈਂਟ ਦੇ ਰੂਲ ਸੀਗਾ ਉਸ ਤਰੀਕੇ ਦਾ ਐਡਮਿਨਿਸਟ੍ਰੇਸ਼ਨ ਇੰਡੀਆ ਦੇ ਵਿੱਚ ਐਸਟੈਬਲਿਸ਼ ਕੀਤਾ। ਹੌਲੀ ਹੌਲੀ ਇੰਡੀਪੈਂਡੈਂਸ ਤੱਕ ਜਿਹੜਾ ਹੈਗਾ ਡੈਮੋਕ੍ਰੇਸੀ ਦਾ ਜਿਹੜਾ ਕੰਸੈਪਟ ਸੀਗਾ ਇੰਡੀਆ ਦੇ ਵਿੱਚ ਆਇਆ। ਡੈਮੋਕ੍ਰੇਸੀ ਆਉਣ ਦੇ ਨਾਲ ਹਰ ਕਾਸਟ ਰਿਲੀਜਨ ਦੇ ਲੋਕਾਂ ਨੂੰ ਇਕੁਅਲ ਰਾਈਟ ਮਿਲੇ। ਜਿਹੜੇ ਮਾਈਨੋਰਿਟੀਜ਼ ਹੈਗੀਆਂ ਨੇ, ਮੈਜੋਰਿਟੀਜ਼ ਹੈਗੀਆਂ ਨੇਗੀਆਂ ਨਾ, ਮੈਜੋਰਿਟੀਜ਼ ਕੋਲ ਆਪਣੇ ਰਾਈਟ ਸੀਗੇ, ਮਾਈਨੋਰਿਟੀਜ਼ ਜਿਹੜੀਆਂ ਸੀਗੀਆਂ, ਜਿਹੜੇ ਘੱਟ ਗਿਣਤੀ ਦੇ ਜਿਹੜੇ ਅਲੱਗ-ਅਲੱਗ ਰਿਲੀਜਨ ਦੇ ਲੋਕ ਸੀਗੇ, ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਗਈ। ਡਿਫਰੈਂਟ ਕਾਸਟ ਜਿਹੜੀ ਹੈਗੀ ਆ ਉਸ ਦੇ ਬੇਸਿਸ ਤੇ ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਗਈ। ਵਿਮਨ ਨੂੰ ਰਿਜ਼ਰਵੇਸ਼ਨ ਮਿਲੀ ਪੋਲੀਟੀਕਲ ਸਿਸਟਮ ਦੇ ਵਿੱਚ, ਤੇ ਟ੍ਰਾਈਬਲ ਜਿਹੜੇ ਲੋਕ ਸੀਗੇ ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਗਈ ਤਾਂ ਕਿ ਸਾਰਿਆਂ ਨੂੰ ਬਰਾਬਰ ਜਿਹੜੀ ਹੈਗੀ ਆ ਓਪਰਚੁਨਿਟੀਜ਼ ਮਿਲਣ। ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜਾ ਹੈਗਾ ਸੋਸ਼ਲ ਲੈਜਿਸਲੇਸ਼ਨ ਦਾ ਕੰਸੈਪਟ ਸੀ ਜਿਹੜਾ ਡਿਵੈਲਪ ਹੋਇਆ। ਜਿਵੇਂ ਹੀ ਇੰਡੀਪੈਂਡੈਂਸ ਹੋਈ, ਕੌਂਸਟੀਟਿਊਸ਼ਨ ਬਣਿਆ, ਬਹੁਤ ਸਾਰੇ ਰੂਲਸ ਰੈਗੂਲੇਸ਼ਨ ਬਣੇ, ਲਾਅ ਬਣੇ, ਐਕਟ ਬਣੇ, ਜਿਨ੍ਹਾਂ ਦੇ ਵਿੱਚੋਂ ਕੁਛ ਐਕਟ ਜਿਹੜੇ ਸੀਗੇ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੇ ਟਾਈਮ ਤੇ ਹੀ ਜਿਹੜੇ ਹੈਗੇ ਇੰਪਲੀਮੈਂਟ ਹੋ ਗਏ ਸੀਗੇ। ਫਿਰ ਜੋ ਸਹੀ ਲੱਗੇ ਉਹਨਾਂ ਨੂੰ ਰੱਖਿਆ ਗਿਆ, ਬਾਕੀਆਂ ਨੂੰ ਮੋਡੀਫਾਈ ਕੀਤਾ ਗਿਆ, ਲੋੜ ਅਨੁਸਾਰ ਉਹਨਾਂ ਨੂੰ ਜਿਹੜਾ ਹੈਗਾ ਰੱਖਿਆ ਗਿਆ, ਤੇ ਇੱਕ ਸਾਡਾ ਆਪਣਾ ਕੌਂਸਟੀਟਿਊਸ਼ਨ ਸਾਨੂੰ ਮਿਲਿਆ। ਕੌਂਸਟੀਟਿਊਸ਼ਨ ਦੇ ਅਕੋਰਡਿੰਗਲੀ ਹਰ ਕਾਸਟ ਰਿਲੀਜਨ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਇਕੁਅਲ ਰਾਈਟ ਮਿਲੇ ਹੋਏ ਨੇ। ਇਸ ਦੇ ਵਿੱਚ ਜਿਹੜਾ ਹੈਗਾ ਅਨਟਚੇਬਿਲਿਟੀ ਐਕਟ ਜਿਹੜਾ ਹੈਗਾ 1955 ਜਿਹੜਾ ਹੈਗਾ ਪਾਸ ਹੋਇਆ, ਜਿਸ ਦੇ ਵਿੱਚ ਜਿਹੜੇ ਅਨਟਚੇਬਲ ਲੋਕ ਸੀਗੇ, ਲੋ ਕਾਸਟ ਦੇ ਲੋਕ ਸੀਗੇ, ਸ਼ੂਦਰਾ ਸੀਗੇ, ਉਹਨਾਂ ਨੂੰ ਵੀ ਬਾਕੀ ਕਾਸਟ ਦੇ ਬਰਾਬਰ ਜਿਹੜਾ ਰਾਈਟ ਮਿਲੇ। ਹਾਂਜੀ, ਇਹ ਤਾਂ ਸੀਗਾ ਸੰਸਕ੍ਰਿਤਾਈਜੇਸ਼ਨ ਦਾ ਕੰਸੈਪਟ ਜਿਹੜਾ ਕਿ MN ਸ੍ਰੀਨਿਵਾਸ ਨੇ ਦਿੱਤਾ, ਜਿਹੜੇ ਇੰਡੀਅਨ ਸੋਸ਼ੋਲੋਜਿਸਟ ਨੇ, ਤੇ ਉਹਨਾਂ ਨੇ ਆਪਣੀ ਜਿਹੜੀ ਸਟੱਡੀ ਸੀਗੀ ਉਹਨਾਂ ਦੀ ਮੈਸੂਰ ਦੇ ਵਿੱਚ ਉਹਨਾਂ ਨੇ ਰਿਸਰਚ ਕੀਤੀ ਸੀ। ਉਸ ਦੇ ਅਕੋਰਡਿੰਗਲੀ ਇਹਨਾਂ ਨੇ ਜਿਹੜਾ ਸੰਸਕ੍ਰਿਤਾਈਜੇਸ਼ਨ ਦਾ ਕੰਸੈਪਟ ਦਿੱਤਾ। ਸੰਸਕ੍ਰਿਤਾਈਜੇਸ਼ਨ ਦਾ ਕੰਸੈਪਟ MN ਸ੍ਰੀਨਿਵਾਸ ਨੇ ਆਪਣੀ ਬੁੱਕ ਜਿਹੜੀ ਹੈਗੀ ਆ ਰਿਲੀਜਨ ਐਂਡ ਸੋਸਾਇਟੀ ਅਮੰਗ ਦਾ ਕੋਰਗੋਸ, ਇਸ ਦੇ ਵਿੱਚ ਡਿਟੇਲ ਦੇ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਕੋਰਗੋਸ ਟ੍ਰਾਈਬਸ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਹਿੰਦੂ ਜਿਹੜੇ ਸੁਸਾਇਟੀ ਦੇ ਲੋਕ ਸੀਗੇ, ਹਿੰਦੂ ਰਿਲੀਜਨ ਦੇ ਲੋਕਾਂ ਦੇ ਲਾਈਫ ਸਟਾਈਲ ਨੂੰ ਅਡੋਪਟ ਕੀਤਾ ਸੀਗਾ, ਤੇ ਉਹ ਫਿਰ ਆਪਣੇ ਆਪ ਨੂੰ ਜਿਹੜਾ ਹੈਗਾ ਇਹ ਉਹ ਆਪਣਾ ਜਿਹੜਾ ਰੈਂਕ ਸੀਗਾ ਉਹ ਕੰਪੈरेटिवली ਦੂਜਿਆਂ ਨਾਲੋਂ ਅੱਪਰ ਸਮਝਣ ਲੱਗ ਗਏ ਸੀਗੇ। ਉਹਨਾਂ ਨੂੰ ਉਹ ਆਪਣਾ ਹਾਈ ਰੈਂਕ ਸਮਝਦੇ ਸੀਗੇ, ਹਾਈ ਪੋਜੀਸ਼ਨ ਸਮਝਣ ਲੱਗੇ ਸੀਗੇ, ਹਾਈ ਸਟੇਟਸ ਉਹਨਾਂ ਨੇ ਆਪਣੇ ਜਿਹੜਾ ਸੁਸਾਇਟੀ ਦੇ ਵਿੱਚ ਅਡੋਪਟ ਕਰ ਲਿਆ ਸੀਗਾ। ਹਾਂਜੀ, ਸੰਸਕ੍ਰਿਤਾਈਜੇਸ਼ਨ ਦਾ ਕੰਸੈਪਟ ਕਲੀਅਰ ਹੋਇਆ।